ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਦੋਸਤੋ, ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਦੇ ਵਿਰੁੱਧ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਚੱਲ ਰਿਹਾ ਹੈ ਤੇ ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਵੇਖ ਕੇ ਅਸੀਂ ਕਹਿ ਸਕਦੇ ਹੋਈਏ ਕਿ ਹਾਂ ਵੀ ਆਉਣ ਵਾਲੇ ਦਿਨ ਸ਼ਾਇਦ ਕਿਸਾਨਾਂ ਦੇ ਲਈ ਕੋਈ ਖੁਸ਼ਖਬਰੀ ਲਿਆ ਸਕਦੇ ਨੇ। ਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹ ਕੀ ਵਿਚਾਰ ਕਰ ਰਹੀਆਂ ਨੇ, ਕੀ ਉਹਨਾਂ ਦੇ ਪਲਾਨਸ ਨੇ, ਉਹਨਾਂ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਸਰਦਾਰ ਪ੍ਰਗਟ ਸਿੰਘ ਜੀ। ਸਰ, ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਪੰਜਾਬ ਮੇਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਜਿੱਥੋਂ ਤੱਕ ਸੰਘਰਸ਼ ਦਾ ਸਵਾਲ ਆ ਜੀ, ਇਹ ਜਿਹੜੇ 3 ਖੇਤੀ ਦੇ ਜਿਹੜੇ ਕਾਲੇ ਕਾਨੂੰਨ ਅਸੀਂ ਉਹਨਾਂ ਨੂੰ ਕਵਾਂਗੇ ਜੀ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ, ਜਿਹੜੇ ਕਿਸਾਨਾਂ ਨੂੰ ਮਾਰਨ ਵਾਲੇ ਆ ਤੇ ਜਿਨ੍ਹਾਂ ਨੂੰ ਕਿਸਾਨ ਪੱਖੀ ਕਿਹਾ ਜਾ ਰਿਹਾ ਸਰਕਾਰ ਵੱਲੋਂ, ਅਸੀਂ ਉਹਨਾਂ ਦਾ 5 ਜੂਨ ਤੋਂ ਲੈ ਕੇ ਲਗਾਤਾਰ ਵਿਰੋਧ ਕਰਦੇ ਆਏ ਹਾਂ। ਸਾਡਾ ਸੰਘਰਸ਼ ਮੁੱਢਲੇ ਪੜਾਅ ਤੋਂ ਚੱਲ ਕੇ ਪੰਜਾਬ ਬੰਦ ਤੱਕ ਜਿਹੜਾ ਵਾ ਪੂਰੀ ਬੁਲੰਦੀਆਂ ਨਾਲ ਉਹ ਗਿਆ। ਉਹਦੇ ਤੋਂ ਬਾਅਦ ਦੇ ਵਿੱਚ ਲਗਾਤਾਰ 1 ਅਕਤੂਬਰ ਤੋਂ ਜਿਹੜੀ ਆ ਉਹ ਰੇਲ ਜਾਮ ਰਹੀ ਤੇ ਲਗਾਤਾਰ ਲੋਕਾਂ ਨੇ ਜਿਹੜਾ ਵਾ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਮਾਲ ਆ, ਪੈਟਰੋਲ ਪੰਪ ਆ, ਉਹਨਾਂ ਨੂੰ ਵੀ ਘੇਰ ਕੇ ਰੱਖਿਆ ਹੋਇਆ ਜੀ। ਉਹਦੇ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਗੱਲ ਆ, ਜਦੋਂ ਪੰਜਾਬ ਦੇ ਕਿਸਾਨਾਂ ਨੇ ਇਹ ਸੰਘਰਸ਼ ਆਰੰਭ ਕੀਤਾ, ਪੰਜਾਬ ਦਾ ਜਿਹੜਾ ਸੰਘਰਸ਼ ਆ ਉਹ ਪੂਰੀਆਂ ਬੁਲੰਦੀਆਂ ਤੇ ਗਿਆ ਤੇ ਇਹ ਮਹਿਸੂਸ ਕੀਤਾ ਗਿਆ ਵੀ ਜਿਵੇਂ ਇਕੱਲੇ ਪੰਜਾਬ ਦੀ ਲੜਾਈ ਆ ਜੀ। ਇਹ ਠੀਕ ਆ ਕਿ ਇਹਦਾ ਜਿਹੜਾ ਮੁੱਢਲਾ ਪ੍ਰਭਾਵ ਆ ਵੀ ਜਿਹੜਾ ਮੰਡੀ ਦਾ ਸਿਸਟਮ ਆ, ਜਿਹੜਾ ਸਾਡਾ ਪਹਿਲਾ ਖੇਤੀ ਉਪਜ ਵਪਾਰ ਵਾਲਾ ਕਾਨੂੰਨ ਆ, ਉਹਦੇ ਮੁਤਾਬਕ ਸਾਡੇ ਮੰਡੀ ਪ੍ਰਬੰਧ ਦੇ ਉੱਤੇ ਪੰਜਾਬ ਤੇ ਸਭ ਤੋਂ ਵੱਡਾ ਅਸਰ ਪੈਂਦਾ। ਇਹਦੇ ਤੋਂ ਬਾਅਦ 'ਚ ਦੂਸਰਾ ਨੰਬਰ ਆਉਂਦਾ ਹਰਿਆਣੇ ਦਾ, ਫਿਰ ਯੂਪੀ ਦਾ। ਇਹ ਠੀਕ ਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਇੱਦਾਂ ਦਾ ਮੰਡੀ ਦਾ ਸਿਸਟਮ ਨਹੀਂ। ਇਹ ਜਿਹੜਾ ਮੰਡੀ ਸਿਸਟਮ ਆ ਸਾਰੀ ਦੁਨੀਆ ਦੇ ਵਿੱਚ, ਜਿਹੜਾ ਪੰਜਾਬ ਦਾ ਮੰਡੀ ਸਿਸਟਮ ਆ, ਇਹ ਚੰਗਾ ਗਿਣਿਆ ਜਾਂਦਾ। ਜਿਹੜਾ ਅੱਜ ਸਾਡੇ ਉੱਤੇ ਸਿਸਟਮ ਠੋਸਿਆ ਜਾ ਰਿਹਾ, ਇਹ ਸਾਰੀ ਦੁਨੀਆ ਦੇ ਵਿੱਚ ਫੇਲ ਹੋਇਆ ਸਿਸਟਮ ਆ। ਇਸ ਕਰਕੇ ਇਹ ਜਿਹੜਾ ਸੰਘਰਸ਼ ਸੀ ਸਾਡਾ, ਇਹ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋ ਕੇ ਪੰਜਾਬ 'ਚੋਂ ਹਿੰਦੁਸਤਾਨ ਦੇ 22 ਸੂਬਿਆਂ ਦੇ ਵਿੱਚ ਇਹ ਫੈਲਿਆ। ਹੁਣ ਸਾਡੀ ਪਿਛਲੇ ਦਿਨਾਂ ਦੇ ਵਿੱਚ 25-26 ਨੂੰ ਉੱਥੇ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ। ਉਸ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਵਾ ਉਹ ਪ੍ਰੋਗਰਾਮ ਜਿਹੜਾ ਵਾ, ਪਹਿਲਾਂ ਸਾਡੀਆਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਜਿਹਦੀਆਂ 261 ਜਥੇਬੰਦੀਆਂ ਮੈਂਬਰ ਆ, ਉਹ ਇਕੱਠੀਆਂ ਹੁੰਦੀਆਂ ਸੀ। ਇਸ ਵਾਰ ਅਸੀਂ ਇੱਕ ਹੋਰ ਮੋਰਚਾ, ਜਿਹਦੇ ਨਾਲ ਹੋਰ ਜਥੇਬੰਦੀਆਂ ਇੱਕ ਵੱਖਰੇ ਤੌਰ ਤੇ ਕੰਮ ਕਰ ਰਹੀਆਂ ਸੀ। ਪੰਜਾਬ ਦੇ ਵਿੱਚ ਅਸੀਂ 31 ਜਥੇਬੰਦੀਆਂ ਇਕੱਠੀਆਂ ਕੀਤੀਆਂ। ਦੇਸ਼ ਪੱਧਰ ਦੇ ਉੱਤੇ ਇਸ ਵੇਲੇ 346 ਜਥੇਬੰਦੀਆਂ ਦਾ ਮੋਰਚਾ ਸਾਡਾ ਬਣਿਆ, ਜਿਨ੍ਹੇ 2 ਐਕਸ਼ਨ ਦਿੱਤੇ ਆ। ਇੱਕ ਐਕਸ਼ਨ ਆ ਕਿ ਅਸੀਂ 5 ਨਵੰਬਰ ਨੂੰ ਪੂਰੇ ਭਾਰਤ ਦੇ ਵਿੱਚ 4 ਘੰਟੇ ਲਈ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਜਿਹੜਾ ਵਾ ਉਹ ਨੈਸ਼ਨਲ ਹਾਈਵੇ ਜਿਹੜੇ ਆ ਉਹਨਾਂ ਨੂੰ ਜਾਮ ਕਰਾਂਗੇ, ਤਾਂ ਕਿ ਜਿਹੜਾ ਸਰਕਾਰ ਜਿਵੇਂ ਤੁਹਾਡੇ ਮੁਤਾਬਕ ਵੀ ਆ ਵੀ ਉਹ ਟਸ ਤੋਂ ਮਸ ਨਹੀਂ ਹੋ ਰਹੀ। ਅਸੀਂ ਮਹਿਸੂਸ ਕਰਦੇ ਹਾਂ ਵੀ ਇਹ ਜਿਹੜੀ ਸਰਕਾਰ ਆ ਵੀ ਉਹਨੇ ਜਿਹੜੇ ਪੰਜਾਬ ਨਾਲ, ਜਿਵੇਂ ਕਸ਼ਮੀਰ ਨਾਲ ਪਹਿਲਾਂ ਧੱਕਾ ਕੀਤਾ, ਇਹ ਪੰਜਾਬ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ। ਇਸੇ ਕਰਕੇ ਕਿਸਾਨ ਜਥੇਬੰਦੀਆਂ ਨੇ, ਜਿੱਦਣ ਸਾਡਾ ਪਹਿਲਾ ਸੀ ਵੀ ਇਹ ਪ੍ਰਭਾਵ ਮੁਕਤ ਕਰ ਲਈ, ਜਿਵੇਂ ਅਸੀਂ ਪਹਿਲਾਂ ਅਕਾਲੀ BJP ਦੇ MLA, ਉਹਨਾਂ ਦੇ ਆਗੂ, ਉਹਨਾਂ ਦੇ ਘਰਾਂ ਵੱਲ ਗਏ ਸਾਂ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਆਪਣਾ ਰੋਲ ਅਦਾ ਕਰੋ, ਇਹ ਕਾਨੂੰਨ ਵਾਪਸ ਹੋਣ। ਉਹਦੇ ਤੋਂ ਬਾਅਦ 'ਚ ਅਸੀਂ ਸਮੁੱਚੇ ਸੂਬੇ ਦੇ ਅੰਦਰ ਸਾਰੇ ਟੋਟਲ MLA ਨੂੰ, ਤੇ ਪੰਜਾਬ ਸਰਕਾਰ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹਦੇ ਮੁਤਾਬਕ ਅਸੀਂ ਮੰਗ ਕੀਤੀ ਕਿ ਮਤਾ ਪਾਸ ਹੋਵੇ। ਉਹ ਮਤਾ ਜਦੋਂ 21 ਨੂੰ ਪਿਆ ਆ, ਉਸ ਵੇਲੇ ਅਸੀਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਵੀ ਜਿਹੜੀ ਕੇਂਦਰ ਚਾਲ ਸਾਡੇ ਖਿਲਾਫ ਚੱਲ ਰਿਹਾ, ਉਸ ਵੇਲੇ ਅਸੀਂ ਰੇਲਵੇ ਲਾਈਨਾਂ ਤੋਂ ਉੱਠ ਕੇ ਅਸੀਂ ਗੱਡੀਆਂ ਦੀ ਆਵਾਜਾਈ ਨੂੰ ਛੋੜ ਦਿੱਤੀ, ਤਾਂ ਕਿ ਪੰਜਾਬ ਦੇ ਲੋਕਾਂ ਨੂੰ, ਜੰਮੂ ਕਸ਼ਮੀਰ ਦੇ ਲੋਕਾਂ ਨੂੰ, ਹਿਮਾਚਲ ਦੇ ਲੋਕਾਂ ਨੂੰ, ਰਾਜਸਥਾਨ ਦੇ ਲੋਕਾਂ ਨੂੰ ਉਹ ਜਿਹੜੀ ਉਹਨਾਂ ਦੀ ਢੋਆ ਢਵਾਈ ਉਹਦੇ ਵਿੱਚ ਰੁਕਾਵਟ ਆਈ ਆ, ਉਹਨੂੰ ਦੂਰ ਕੀਤਾ ਜਾ ਸਕੇ। ਪਰ ਕੇਂਦਰ ਸਰਕਾਰ ਨੇ ਉਹ ਸਾਜ਼ਿਸ਼ ਕਰਦਿਆਂ 183 ਗੱਡੀਆਂ ਚਲਾਉਣ ਤੋਂ ਬਾਅਦ 'ਚ ਗੱਡੀਆਂ ਤੇ ਆਪ ਰੋਕ ਲਾ ਦਿੱਤੀ। ਬਹਾਨਾ ਵੀ ਇਹ ਬਣਾਇਆ ਗਿਆ ਕਿ ਅਸੀਂ ਜਿਹੜਾ ਵਾ ਇਹ ਉਹਦੀ ਸੁਰੱਖਿਆ ਚਾਹੁੰਦੇ ਹਾਂ ਜਿਹੜੇ ਗੱਡੀਆਂ ਲੈ ਕੇ ਜਾਣਗੇ। ਅਸੀਂ ਕਹਿਣਾ ਚਾਹੁੰਦੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਅਸੀਂ ਕਿਸਾਨ ਜਥੇਬੰਦੀਆਂ ਉਹ ਆ ਜਿਨ੍ਹਾਂ ਦੇ ਉੱਤੇ ਅੱਜ ਪ੍ਰਭਾਵ ਪਿਆ ਇਹਨਾਂ ਕਾਨੂੰਨਾਂ ਕਰਕੇ। ਇਹਦੇ ਤੋਂ ਪਹਿਲਾਂ ਸਕੂਲਾਂ ਤੇ ਪ੍ਰਭਾਵ ਪਿਆ, ਹਸਪਤਾਲਾਂ ਤੇ ਪਿਆ, ਸਾਡੀਆਂ ਸੜਕਾਂ ਤੇ ਪਿਆ, ਸਾਡੀ ਰੇਲਵੇ ਵਿਕਾਊ ਹੋਈ, ਸਾਡੇ ਪੈਟਰੋਲੀਅਮ ਜਿਹੜੀਆਂ ਕੰਪਨੀਆਂ ਉਹ ਵਿਕਾਊ ਹੋਈਆਂ, ਉਹਨਾਂ ਦੇ ਉੱਤੇ ਪਿਆ। ਤੇ ਜਿਹੜੇ ਉਹਨਾਂ 'ਚ ਕੰਮ ਕਰਨ ਵਾਲੇ ਆ ਉਹ ਸਾਡੇ ਕਿਸਾਨਾਂ ਦੇ
ਭੈਣ ਭਰਾ ਆ, ਧੀਆਂ ਪੁੱਤ ਆ। ਇਸ ਕਰਕੇ ਅਸੀਂ ਉਹਨਾਂ ਨੂੰ ਤੇ ਇੱਕ ਮਾਸਾ ਆਂਚ ਨਹੀਂ ਆਉਣ ਦੇਣਾ ਚਾਹੁੰਦੇ। ਜਿੱਥੋਂ ਤੱਕ ਰੇਲ ਗੱਡੀਆਂ ਦਾ ਸਵਾਲ ਹੈ, ਰੇਲ ਗੱਡੀਆਂ ਸਾਡੀ ਕੌਮ ਦੀ, ਸਾਡੇ ਦੇਸ਼ ਦੀ ਜਾਇਦਾਦ ਹੈ। ਉਹਨੂੰ ਅਸੀਂ ਨੁਕਸਾਨ ਕਿਉਂ ਪਹੁੰਚਾਵਾਂਗੇ? ਇੱਕ ਬਹਾਨਾ ਘੜਿਆ ਗਿਆ। ਤੁਸੀਂ ਇਸ ਸੰਘਰਸ਼ ਦੇ ਦਰਮਿਆਨ 21 ਦਿਨਾਂ 'ਚ ਵੇਖੋਗੇ ਕਿਤੇ ਰੇਲਵੇ ਲਾਈਨਾਂ ਦੇ ਉੱਤੇ ਕਿਸੇ ਨੇ ਕੋਈ ਮਾੜੀ ਜਿਹੀ ਵੀ ਹਰਕਤ ਕੋਈ ਇਦਾਂ ਦੀ ਹੋਈ ਹੋਵੇ, ਕੋਈ ਨਹੀਂ। ਵੀ ਇਸ ਕਰਕੇ ਕੇਂਦਰ ਸਰਕਾਰ ਬਹਾਨਾ ਬਣਾ ਕੇ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ। ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ। ਅਸੀਂ ਪੰਜਾਬ ਦੇ ਜਿਹੜੇ ਕਿਸਾਨ ਆ, ਜਿਨ੍ਹਾਂ ਨੇ ਇਸ ਵੇਲੇ ਹੁਣ ਹਿੰਦੁਸਤਾਨ ਦੇ ਕਿਸਾਨਾਂ ਦੀ ਇਹ ਮੂਵਮੈਂਟ ਬਣ ਗਈ ਆ, ਜਿਹੜੀ 5 ਨਵੰਬਰ ਨੂੰ ਆਪਣਾ ਚੱਕਾ ਜਾਮ ਕਰੂ ਤੇ 26-27 ਨਵੰਬਰ ਨੂੰ ਅਸੀਂ ਦਿੱਲੀ ਨੂੰ ਘੇਰਨ ਜਾ ਰਹੇ ਹਾਂ। ਦਿੱਲੀ ਵੱਲ ਚੱਲੋ, ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਨੇ ਸੱਦਾ ਦਿੱਤਾ। ਤੇ ਇਹ ਜਿਹੜਾ ਇਹਦੇ ਵਿੱਚ ਕਈ ਫਿਰਕੂ ਨਾਅਰੇ ਲਵਾ ਕੇ ਵੀ, ਕਈ ਤਰ੍ਹਾਂ ਦੇ ਨਾਅਰੇ ਲਵਾ ਕੇ ਵੀ ਸਾਡੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ਫੁੱਟ ਦੀਆਂ ਖਬਰਾਂ ਦੇ ਕੇ ਵੀ ਕੀਤੀਆਂ ਗਈਆਂ। ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਜਿਹੜੇ ਠੇਕੇ ਤੇ ਲੈ ਕੇ ਪੰਪ ਚਲਾ ਰਹੇ ਆ, ਉਹਨਾਂ ਵੱਲੋਂ ਨਾਅਰੇਬਾਜ਼ੀ ਵੀ ਕਰਵਾਈ ਗਈ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹਨਾਂ ਚਾਲਾਂ ਨੂੰ ਪੰਜਾਬ ਦੇ ਲੋਕ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਹੁਣ ਦੇਸ਼ ਦੀਆਂ ਜਥੇਬੰਦੀਆਂ, ਜਿਨ੍ਹਾਂ ਨੇ ਆਪਣੀ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਅਸੀਂ ਇਹ ਚਾਲਾਂ ਨੂੰ ਪੂਰਾ ਨਹੀਂ ਹੋਣ ਦੇਵਾਂਗੇ। ਅਸੀਂ ਆਪਣੇ ਸੰਘਰਸ਼ ਦੀ ਦਿਸ਼ਾ ਜਿਹੜੀ ਆ ਉਹ ਦੇਸ਼ ਪੱਧਰ ਦੇ ਉੱਤੇ ਖੜ ਕੇ, ਅਸੀਂ ਇਹ ਕਿਸੇ ਭੁਲੇਖੇ 'ਚ ਨਹੀਂ, ਅਸੀਂ ਸਮਝਦੇ ਹਾਂ ਵੀ ਇਹ ਪੰਜਾਬ ਦੇ ਇਕੱਲੇ ਅਸੈਂਬਲੀ 'ਚੋਂ ਪਾਸ ਕੀਤਿਆਂ ਇਹ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਦੇਸ਼ ਦੀ ਪਾਰਲੀਮੈਂਟ ਨੇ ਬਣਾਏ ਆ ਤੇ ਇਹਨੂੰ ਰੱਦ ਕਰਨ ਦਾ ਹੱਕ ਵੀ ਦੇਸ਼ ਦੀ ਪਾਰਲੀਮੈਂਟ ਨੂੰ ਆ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆ। ਇਸ ਕਰਕੇ ਸਾਡੀ ਲੜਾਈ ਦਿੱਲੀ ਦੇ ਖਿਲਾਫ ਆ। ਇਸ ਕਰਕੇ ਸਾਡਾ ਸਾਰਾ ਸੰਘਰਸ਼ ਜਿਹੜਾ ਉਹ ਦਿੱਲੀ ਵਾਲੇ ਪਾਸੇ ਨੂੰ ਵੱਧ ਰਿਹਾ। ਅਸੀਂ ਉਧਰਲੇ ਪਾਸੇ ਨੂੰ ਜਾ ਰਹੇ ਹਾਂ ਤੇ ਜਿਹੜੀਆਂ ਮੋਦੀ ਸਰਕਾਰ ਦੀਆਂ ਜਾਂ ਕੇਂਦਰ ਸਰਕਾਰ ਦੀਆਂ, ਭਾਜਪਾ ਸਰਕਾਰ ਦੀਆਂ ਜਿਹੜੀਆਂ ਵੀ ਚਾਲਾਂ ਆ, ਉਹਨੂੰ ਨਾਕਾਮ ਕਰਦਿਆਂ ਅਸੀਂ ਜਿੱਤ ਤੱਕ ਅੱਗੇ ਵਧਾਂਗੇ। ਜੀ ਸਰ, ਤੁਸੀਂ ਗੱਲ ਕਰ ਰਹੇ ਹੋ ਕਿ ਤੁਹਾਡੀ ਜਿਹੜੀ ਉਮੀਦਾਂ ਨੇ ਉਹ ਕੇਂਦਰ ਸਰਕਾਰ ਤੋਂ ਨੇ ਕਿ ਹਾਂ ਵੀ ਉਹ ਇਸ ਬਿੱਲ ਨੂੰ ਰੱਦ ਕਰਨ ਜਾਂ ਕੁਝ ਹੋਰ ਅਮੈਂਡਮੈਂਟ ਕਰਨ, ਪਰ ਉਹਨਾਂ ਦੇ ਜਿਹੜੇ ਐਕਸ਼ਨ ਨੇ ਉਹ ਟੋਟਲੀ ਆਪੋਜ਼ਿਟ ਹੈ। ਅਗਰ ਗੱਲ ਕਰੀਏ RDF ਦੀ, ਰੂਰਲ ਡਿਵੈਲਪਮੈਂਟ ਫੰਡ, ਉਸ ਨੂੰ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪਰਾਲੀ ਦੀ ਗੱਲ ਕੀਤੀ ਜਾਵੇ ਤਾਂ ਪਰਾਲੀ ਸਾੜਨ ਵਾਲੇ ਨੂੰ 1 ਕਰੋੜ ਤੱਕ ਦਾ ਜੁਰਮਾਨਾ, ਜਿਹੜਾ ਨਵਾਂ ਹੁਣ ਅਮੈਂਡਮੈਂਟ ਜਿਹੜੀ ਆਈ ਹੈ, ਉਹ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਲੱਗ ਨਹੀਂ ਰਿਹਾ ਕਿ ਕਿਸਾਨ ਜਿਹੜੇ ਕੇਂਦਰ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਗੱਲ ਕਰਨਗੇ। ਉਹਦੇ ਉੱਤੇ ਤੁਹਾਡਾ ਕੀ ਐਕਸ਼ਨ ਹੋਵੇਗਾ? ਪਹਿਲੀ ਗੱਲ ਇਹ ਆ ਵੀ ਅਸੀਂ ਸਮਝਦੇ ਹਾਂ ਵੀ ਅਸੀਂ ਜਿਸ ਵੇਲੇ ਇਹ ਆਰਡੀਨੈਂਸ ਆਏ ਆ, ਉਸ ਵੇਲੇ ਜਦੋਂ ਅਸੀਂ ਕਿਸਾਨਾਂ ਕੋਲ ਜਾਂਦੇ ਸੀ ਤੇ ਉਹ ਕਹਿੰਦੇ ਸੀ ਵੀ ਸਿੱਧੀ ਜ਼ਮੀਨ ਸਾਡੇ ਕੋਲ ਕਿੱਦਾਂ ਖੋਹ ਲਈ ਜਾਊਗੀ। ਇਸ ਵੇਲੇ ਜਿਹੜੇ ਮੋਦੀ ਸਰਕਾਰ ਵੱਲੋਂ ਨਵੇਂ ਆਰਡੀਨੈਂਸ ਜਾਰੀ ਕੀਤੇ ਗਏ, ਪਰਾਲੀ ਵਾਲਾ ਕੀਤਾ ਗਿਆ, ਜਾਂ ਪੰਜਾਬ ਦਾ ਜਿਹੜਾ ਫੰਡ ਆ ਉਹ ਰੋਕਣ ਦਾ ਜਿਹੜਾ ਸਿਲਸਿਲਾ ਆ, ਉਹ ਦੱਸਦਾ ਆ ਵੀ ਜਿਹੜੀਆਂ ਸਾਡੀਆਂ ਗੱਲਾਂ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਗੱਲਾਂ ਕਰਦੀਆਂ, ਤੁਸੀਂ ਸੋਚ ਕੇ ਵੇਖੋ ਵੀ ਇਸ ਵੇਲੇ 80% ਤੋਂ ਥੱਲੇ ਜਿਹੜਾ ਕਿਸਾਨ ਹੈ ਉਹਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। 5 ਏਕੜ ਤੋਂ ਘੱਟ ਜ਼ਮੀਨ ਵਾਲੇ ਨੂੰ ਇੱਕ ਪਰਾਲੀ ਸਾੜਨ ਦੇ ਨਾਂ ਦੇ ਉੱਤੇ 1 ਕਰੋੜ ਰੁਪਈਆ ਜੁਰਮਾਨਾ ਕਰੋਗੇ। 5 ਕਿੱਲੇ ਵੇਚ ਕੇ ਉਹਦਾ ਕਰੋੜ ਪੂਰਾ ਨਹੀਂ ਹੁੰਦਾ। ਜਦੋਂ 1 ਕਰੋੜ ਪੂਰਾ ਨਹੀਂ ਹੁੰਦਾ, ਇਹਦਾ ਭਾਵ ਆ ਵੀ ਉਹਦੀ ਜ਼ਮੀਨ ਨੂੰ ਇਸ ਨਾਂ ਦੇ ਉੱਤੇ ਹਥਿਆ ਲਿਆ ਜਾਣਾ। ਜਦੋਂ ਹਥਿਆ ਲਿਆ ਜਾਣਾ, ਉਹਦੇ ਤੋਂ ਬਾਅਦ ਦੇ ਵਿੱਚ ਇਹੋ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ, ਜਿਹੜਾ ਠੇਕਾ ਖੇਤੀ ਵਾਲਾ ਉਹਨਾਂ ਨੇ ਕਾਨੂੰਨ ਲਿਆਂਦਾ, ਉਹਦੇ ਤਹਿਤ ਦਿੱਤੀ ਜਾਣੀ ਆ। ਇਸੇ ਤਰੀਕੇ ਨਾਲ ਜਿਵੇਂ ਸਾਡਾ ਡੇਅਰੀ ਫਾਰਮ ਦੀ ਫੀਡ ਮਹਿੰਗੀ ਕਰਨੀ, ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਉਹ ਚੀਜ਼ਾਂ ਮਹਿੰਗੀਆਂ ਕਰ ਦੇਣੀਆਂ, ਦੁੱਧ ਸਸਤਾ ਰਹਿਣਾ, ਸਾਡੀਆਂ ਮੱਝਾਂ ਬਾਹਰ ਜਾਂਦੀਆਂ, ਸਾਡਾ ਡੇਅਰੀ ਦਾ ਧੰਦਾ ਤਬਾਹ ਹੁੰਦਾ। ਇਸੇ ਤਰੀਕੇ ਨਾਲ ਲਾਗਤ ਖਰਚੇ ਖੇਤੀ ਦੇ ਵਿੱਚ ਵੱਧਦੇ ਆ ਤੇ ਉਹਦੇ ਨਾਲ ਸਾਡੀ ਖੇਤੀ ਜਿਹੜੀ ਆ ਉਹ ਘਾਟੇ 'ਚ ਜਾਂਦੀ ਆ। ਇਸ ਕਰਕੇ ਅਸੀਂ ਪਿਛਲੇ ਸਮੇਂ ਤੋਂ ਲੜਾਈ ਲੜ ਰਹੇ ਸਾਂ ਵੀ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਭਾਅ ਦਿੱਤੇ ਜਾਣ, ਘੱਟੋ ਘੱਟ ਭਾਅ ਨਿਸ਼ਚਿਤ ਹੋਵੇ। ਭਾਅ ਨਿਸ਼ਚਿਤ ਹੋਣ ਵੇਲੇ ਜਿਹੜਾ ਵਾ ਉਹ ਫਸਲ ਬੀਜਣ ਤੋਂ ਪਹਿਲਾਂ ਹੋਵੇ, ਤਾਂ ਕਿ ਕਿਸਾਨ ਆਪਣੀ ਚੋਣ ਕਰ ਸਕੇ ਵੀ ਕਿਹੜੀ ਫਸਲ ਬੀਜਣੀ ਆ। ਉਹਦੇ ਵਿੱਚ ਇਕੱਲਾ ਸਾਡਾ ਝੋਨਾ ਕਣਕ ਨਹੀਂ, ਅਸੀਂ ਸਮਝਦੇ ਹਾਂ ਵੀ ਸਾਡਾ ਸ਼ਫੈਦਾ ਵੀ ਆ, ਸਾਡਾ ਪਾਪੂਲਰ ਵੀ ਆ, ਸਾਡਾ ਅਸੀਂ ਕੋਈ ਵੀ ਫਸਲ ਬੀਜਦੇ ਹਾਂ, ਹਰ ਫਸਲ ਦਾ ਭਾਅ ਨਿਸ਼ਚਿਤ ਹੋਣਾ ਚਾਹੀਦਾ। ਉਸ ਭਾਅ ਦੇ ਉੱਤੇ ਸਾਡੀ ਫਸਲ ਵੇਚਣ ਦੀ ਗਰੰਟੀ ਹੋਣੀ ਚਾਹੀਦੀ ਹੈ, ਤਾਂ ਕਿਸਾਨ ਬਚ ਸਕਦਾ। ਕਿਸਾਨੀ ਕਿੱਤਾ ਇੱਦਾਂ ਦਾ ਕੋਈ ਬੰਦ ਕਮਰੇ 'ਚ ਹੋਣ ਵਾਲਾ ਨਹੀਂ। ਕਿਸਾਨੀ ਕਿੱਤਾ ਖੁੱਲ੍ਹੇ ਅਸਮਾਨ ਥੱਲੇ ਹੁੰਦਾ। ਇੱਥੇ ਜ਼ਿਆਦੀ ਧੁੱਪ ਪੈ ਗਈ ਤਾਂ ਵੀ ਨੁਕਸਾਨ ਹੁੰਦਾ, ਜ਼ਿਆਦੀ ਬਰਸਾਤ ਹੋ ਗਈ ਤਾਂ ਵੀ ਨੁਕਸਾਨ ਹੁੰਦਾ, ਜੇ ਗੜੇਮਾਰੀ ਹੋ ਗਈ ਤਾਂ ਫਸਲ ਮਰਦੀ ਆ। ਇਸੇ ਕਰਕੇ ਹੀ ਉਸ ਵੇਲੇ ਜਦੋਂ ਸਾਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ 'ਚ ਪਹਿਲੀ ਸਰਕਾਰ ਬਣੀ ਆ, ਉਹਨੇ ਪਹਿਲੀ ਪਹਿਲ ਖੇਤੀ ਨੂੰ ਦਿੱਤੀ। ਇਸੇ ਕਰਕੇ ਜੈ ਕਿਸਾਨ ਜੈ ਜਵਾਨ ਦਾ ਨਾਅਰਾ ਗੂੰਜਿਆ। ਉਸ ਵੇਲੇ ਇਹ ਐਕਟ ਬਣੇ ਸੀ।
ਉਸ ਵੇਲੇ ਐਕਟ ਬਣੇ ਸੀ ਵੀ ਇਹ ਮੰਡੀ ਨੂੰ ਡਿਵੈਲਪ ਕੀਤਾ ਜਾਵੇ ਤਾਂ ਕਿ ਕਿਸਾਨ ਦੀ ਮੰਡੀ 'ਚ ਲੁੱਟ ਨਾ ਹੋਵੇ, ਤਾਂ ਕਿ ਕਿਸਾਨ ਵੀ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ, ਉਹਦਾ ਬੱਚਾ ਵੀ ਪੜ੍ਹ ਸਕੇ, ਉਹਨੂੰ ਵੀ ਇਲਾਜ ਦੀ ਸਹੂਲਤ ਮਿਲ ਸਕੇ, ਉਹ ਵੀ ਚੰਗੇ ਘਰ 'ਚ ਰਹਿ ਸਕੇ। ਇੱਦਾਂ ਦਾ ਵਾਤਾਵਰਨ ਸਿਰਜਣ ਲਈ ਉਹ ਆਇਆ ਸੀ। ਪਰ ਹੁਣ ਇਸ ਵੇਲੇ ਜਿਹੜੀ ਸਾਡੇ ਹਾਕਮਾਂ ਨੇ ਨੀਤੀ ਬਦਲ ਕੇ ਕਾਰਪੋਰੇਟ ਘਰਾਣਿਆਂ ਦੇ ਪੱਖ ਦੀ ਬਣਾਤੀ ਹੈ। ਅੱਜ ਉਹਨਾਂ ਦੇ ਮੁਤਾਬਕ ਸੋਚਿਆ ਜਾ ਰਿਹਾ ਕਿਸਾਨ ਨੂੰ ਸਿਰਫ ਚੋਣਾਂ ਵੇਲੇ ਉਹਦੇ ਹਿੱਤੂ ਬਣਿਆ ਜਾਂਦਾ, ਬਾਅਦ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਹਮੇਸ਼ਾ ਧੱਕਾ ਹੁੰਦਾ। ਇਸ ਵੇਲੇ ਸਾਡੇ ਜਿਹੜੇ ਆ ਇਹ ਦੋਵੇਂ ਜਿਹੜਾ ਫੰਡ ਰੋਕਣਾ ਤੇ ਇਹ ਜਿਹੜਾ ਕਾਨੂੰਨ ਲਿਆਉਣਾ, ਉਹ ਸਾਡੀਆਂ ਗੱਲਾਂ ਦੇ ਉੱਤੇ ਮੋਹਰ ਆ। ਅਸੀਂ ਕਹਿੰਦੇ ਸਾਂ ਵੀ ਪਹਿਲੇ ਇਹ ਕਾਨੂੰਨ ਸਾਡੇ ਹੱਕ 'ਚ ਨਹੀਂ, ਇਹ ਪੱਖ ਦੇ ਨਹੀਂ, ਉਹ ਸਾਨੂੰ ਪੱਖ ਦੇ ਸਮਝਾਉਣਾ ਚਾਹੁੰਦੇ ਸੀ, ਅਸੀਂ ਉਹਨੂੰ ਰੱਦ ਕੀਤਾ। ਇਸ ਵੇਲੇ ਜਿਹੜੇ ਨਵੇਂ ਹੱਲੇ ਆ ਇਹ ਦੱਸਦੇ ਆ ਵੀ ਸਾਡਾ ਵਿਹਾਰ ਜਿਹੜਾ ਵਾ ਮੋਦੀ ਸਰਕਾਰ ਦੀ ਨੀਤੀ ਕੀ ਆ ਕਿਸਾਨਾਂ ਪ੍ਰਤੀ, ਉਹਨੇ ਸਪਸ਼ਟ ਕਰਦਾ। ਪਿਛਲੇ ਸਾਲ ਦੀ ਫੀਸਾਂ ਜਿਹੜੀਆਂ ਆ FCI ਨੇ ਜਿਹੜੀਆਂ ਚੀਜ਼ਾਂ ਖੜੀਆਂ ਆ ਖਰੀਦ ਕੇ, ਉਹਦੇ 'ਤੇ ਲਵਾਈ ਛਣਾਈ ਬਾਕੀ ਜਿਹੜੇ ਖਰਚੇ ਜਿਹੜੇ ਦੇਣੇ ਹੁੰਦੇ ਇਹਨਾਂ ਨੇ ਉਹ ਜਿਹੜੇ ਫੰਡ ਆ ਉਹ ਵੀ ਰੋਕੇ ਹੋਏ ਆ। ਇਸ ਕਰਕੇ ਅਸੀਂ ਇਹ ਸਮਝਦੇ ਹਾਂ ਵੀ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਹਮਲਾ ਆ ਇਹ ਬਲਦੀ ਤੇ ਤੇਲ ਦਾ ਕੰਮ ਕਰੂ। ਇਹ ਘੱਟੋ ਘੱਟ ਜਿਹੜੇ ਪਹਿਲਾਂ ਹੀ ਮਨ ਜ਼ਖਮੀ ਆ ਕਿਸਾਨਾਂ ਦੇ, ਕਿਸਾਨ ਬੇਹੱਦ ਗੁੱਸੇ ਨਾਲ ਲੜ ਰਹੇ ਆ, ਉਹਨਾਂ ਨੂੰ ਹੋਰ ਪ੍ਰਵੋਕ ਕਰਨ ਦੀ ਨੀਤੀ ਆ। ਇਸ ਕਰਕੇ ਅਸੀਂ ਤੁਹਾਡੇ ਚੈਨਲ ਰਾਹੀਂ ਕਿਸਾਨਾਂ ਨੂੰ ਵੀ ਅਪੀਲ ਕਰਾਂਗੇ ਵੀ ਅਸੀਂ ਠਰੱਮੇ ਨਾਲ ਏਕਤਾ ਬਣਾ ਕੇ ਤੇ ਇਹਨੂੰ ਪੂਰੇ ਦੇਸ਼ ਦੀ ਲੜਾਈ ਬਣਾ ਕੇ, ਤਾਂ ਕਿ ਇੱਕ ਸੂਬੇ ਦੇ ਵਿਰੋਧ 'ਚ ਹੋ ਸਕਦਾ, ਪਰ ਜਦੋਂ ਅਸੀਂ ਸਾਰੇ ਸੂਬਿਆਂ ਦੀ ਲੜਾਈ ਬਣਾ ਲਾਂਗੇ ਫਿਰ ਇਹ ਜਿਹੜਾ ਵਾ ਸਾਡੇ ਉੱਤੇ ਹਮਲਾ ਇਸ ਤਰੀਕੇ ਨਾਲ ਇੱਕ ਸੂਬੇ ਕਰਕੇ ਨਹੀਂ ਕਰ ਸਕਣਗੇ, ਫਿਰ ਸਾਡੀ ਲੜਾਈ ਜਿਹੜੀ ਪੂਰੀ ਦਿੱਲੀ ਨਾਲ ਖਿੱਚਵੀਂ ਹੋਊਗੀ। ਜੀ, ਸੋ ਜੋ ਕੇਂਦਰ ਸਰਕਾਰ ਦੀ ਲਗਾਤਾਰ ਜਿਹੜੀਆਂ ਕਿਸਾਨ ਵਿਰੋਧੀ ਨੀਤੀਆਂ ਸਾਹਮਣੇ ਆ ਰਹੀਆਂ ਨੇ, ਉਸ ਦਾ ਵਿਰੋਧ ਕਿਸਾਨ ਜਥੇਬੰਦੀਆਂ ਕਿਵੇਂ ਕਰਨਗੇ ਉਸ ਬਾਰੇ ਗੱਲਬਾਤ ਕਰਾਂਗੇ। ਫਿਲਹਾਲ ਸਮਾਂ ਹੋ ਚੁੱਕਾ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਜੁੜਦੇ ਹਾਂ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਸਰਦਾਰ ਪ੍ਰਗਟ ਸਿੰਘ ਜੀ ਦੇ ਨਾਲ। ਸਰ, ਜਿਹੜੇ ਕਿਸਾਨਾਂ ਦੇ ਵਿਰੁੱਧ ਜਿਹੜੇ ਬਿੱਲ ਲਿਆਂਦੇ ਗਏ ਨੇ ਜਾਂ ਫਿਰ ਹੋਰ ਬਿਜਲੀ ਐਕਟ ਦੀ ਗੱਲ ਕੀਤੀ ਜਾਵੇ ਤਾਂ ਬੇਸਿਕਲੀ ਸਾਰੇ ਜਿਹੜੇ ਬਿੱਲ ਨੇ ਉਹ ਜਿਹੜੇ ਸੂਬਾ ਦੇ ਜਿਹੜੇ ਹੱਕ ਹੁੰਦੇ ਨੇ ਉਹਨਾਂ ਨੂੰ ਖੋਣ ਬਾਰੇ ਚੱਲ ਰਹੇ ਨੇ। ਸੋ ਉਹਨਾਂ ਬਾਰੇ ਜਿਹੜਾ ਤੁਹਾਡਾ ਸੰਘਰਸ਼ ਚੱਲ ਰਿਹਾ, ਕੀ ਲੱਗਦਾ ਕਿ ਹਾਂ ਵੀ ਕਿ ਕਿੱਧਰ ਨੂੰ ਜਾ ਸਕਦਾ ਸਾਡਾ ਸੰਘਰਸ਼? ਰੋਜ਼ ਜੀ, ਇਹ ਬਿਲਕੁਲ ਤੁਹਾਡੀ ਗੱਲ ਬੜੀ ਪਤੇ ਦੀ ਗੱਲ ਆ, ਕੰਮ ਦੀ ਗੱਲ ਆ ਵੀ ਜਿਹੜਾ ਖੇਤੀ ਵਿਸ਼ਾ ਸੀ ਇਹ ਸੂਬਿਆਂ ਦਾ ਸੀ, ਜਿਹੜਾ ਬਿਜਲੀ ਆ ਇਹ ਵੀ ਸੂਬਿਆਂ ਦਾ ਵਿਸ਼ਾ ਆ। ਇਸ ਵੇਲੇ ਕੇਂਦਰ ਜਿਵੇਂ ਸਾਡਾ GST ਵਾਲਾ ਟੈਕਸਾਂ ਦਾ ਪੈਸਾ ਕੇਂਦਰ ਦੇ ਵਿੱਚ ਲੈ ਗਿਆ, ਅੱਜ ਜਦੋਂ ਅਸੀਂ ਲੈਣਾ ਹੁੰਦਾ ਸਾਡੀ ਬਾਂਹ ਮਰੋੜੀ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਇਹ ਐਕਟ ਆਏ ਆ, ਇਹਨਾਂ ਐਕਟਾਂ ਦੇ ਨਾਲ ਬਿਲਕੁਲ ਜਿਹੜਾ ਸਾਡਾ ਖੇਤੀ ਦਾ ਵੀ ਸਾਡੇ ਮੰਡੀ ਦੇ ਪ੍ਰਬੰਧ ਨੂੰ ਤੋੜਨਾ, ਸਾਡਾ ਜਿਹੜਾ ਵਾ ਕਿਸਾਨਾਂ ਤੋਂ ਜ਼ਮੀਨ ਠੇਕੇ ਤੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਪ੍ਰਬੰਧ ਕਰਨਾ, ਤੇ ਤੀਜਾ ਜਿਹੜਾ ਐਕਟ ਆ ਜ਼ਰੂਰੀ ਵਸਤਾਂ ਵਾਲਾ, ਉਸ ਐਕਟ ਮੁਤਾਬਕ ਸਾਰੇ ਲੋਕਾਂ ਨੂੰ, ਅੱਜ ਮੈਂ ਉਦਾਹਰਨ ਦੇਣੀ ਚਾਹੁੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਵੇਖਦੇ ਜੇ ਮੱਧ ਪ੍ਰਦੇਸ਼ ਦੇ ਤੇ ਮਹਾਰਾਸ਼ਟਰ ਦੇ ਕਿਸਾਨਾਂ ਨੇ ਜਿਹੜਾ ਪਿਆਜ਼ ਆ ਉਹ 5 ਰੁਪਏ ਵਿੱਚ ਆ, ਜਿਹੜਾ ਆਲੂ ਆ ਪੰਜਾਬ ਸਮੇਤ ਸਾਰੇ ਸੂਬਿਆਂ ਨੇ 2 ਰੁਪਏ ਵਿੱਚ ਆ। ਅੱਜ ਤੁਸੀਂ ਵੇਖੋਗੇ ਜਦੋਂ ਇਸ ਐਕਟ ਤਹਿਤ ਜ਼ਖੀਰੇਬਾਜ਼ੀ ਹੋਣੀ ਆ, ਉਸ ਜ਼ਖੀਰੇਬਾਜ਼ੀ ਦਾ ਨਤੀਜਾ ਆ ਕਿ ਅੱਜ ਉਹ ਆਲੂ 50 ਰੁਪਏ ਮਿਲ ਰਿਹਾ ਖਪਤਕਾਰ ਨੂੰ। ਅੱਜ ਇਸੇ ਤਰੀਕੇ ਦੇ ਨਾਲ ਜਿਹੜਾ ਪਿਆਜ਼ ਆ ਉਹਦੀਆਂ ਕੀਮਤਾਂ ਤੁਸੀਂ ਵੇਖ ਸਕਦੇ ਜੇ, ਤੇ ਆਉਣ ਵਾਲੇ ਸਮੇਂ 'ਚ ਇਹਨੇ ਕਿੱਥੇ ਜਾਣਾ ਤਿਉਹਾਰਾਂ ਦੇ ਦਿਨ ਦੇ ਉੱਤੇ, ਇਹ ਆਪਾਂ ਵੇਖ ਸਕਦੇ ਹਾਂ। ਇਹ ਕੁਝ ਉਦਾਹਰਨਾਂ ਆ ਵੀ ਜਿਹੜੇ ਐਕਟ ਬਣਾਏ ਆ ਉਹ ਇਕੱਲੇ ਖੇਤੀ ਵਿਰੋਧੀ ਨਹੀਂ, ਉਹ ਆਮ ਲੋਕਾਂ ਦੇ ਵਿਰੋਧੀ ਵੀ ਆ, ਖਪਤਕਾਰਾਂ ਦੇ ਵਿਰੋਧੀ ਵੀ ਆ। ਦੂਸਰਾ, ਇਹਦਾ ਸੂਬਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਬਿਜਲੀ ਐਕਟ ਦੀ ਗੱਲ ਕਰਦੇ ਜੇ, ਪੰਜਾਬ ਦੇ ਵਿੱਚ ਬਹੁਤ ਲੰਮਾ ਅਸੀਂ ਦਿਖਾਂਤ ਵਾਪਰਿਆ ਜਦੋਂ ਪਾਣੀਆਂ ਦੇ ਮੁੱਦੇ, ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ। ਅੱਜ ਜਦੋਂ ਬਿਜਲੀ ਐਕਟ ਬਣ ਜਾਂਦਾ, ਬਿਜਲੀ ਪੈਦਾ ਕਰਨ ਦਾ ਅਧਿਕਾਰ, ਬਿਜਲੀ ਨੂੰ ਵੇਚਣ ਦਾ ਅਧਿਕਾਰ, ਬਿਜਲੀ ਦੇ ਰੇਟ ਤੈਅ ਕਰਨ ਦਾ ਅਧਿਕਾਰ, ਉਹ ਇੱਕ ਕੇਂਦਰੀ ਅਥਾਰਟੀ ਕੋਲ ਚਲ ਜਾਣਾ। ਜਦੋਂ ਉਸ ਅਥਾਰਟੀ ਕੋਲ ਜਾਣਾ, ਉਹ ਕਹਿਣ ਜੀ ਸਾਡਾ ਅਸੀਂ ਆ ਪਾਣੀ ਫਲਾਣੇ ਥਾਂ ਨੂੰ ਖੜ ਕੇ ਅਸੀਂ ਉੱਥੇ ਆਪਣਾ ਪ੍ਰੋਜੈਕਟ ਲਾ ਰਹੇ ਹਾਂ ਤੇ ਪੰਜਾਬ ਦੇ ਪਾਣੀਆਂ ਦੀ ਮੁਹਾਰ ਕਿਸੇ ਪਾਸੇ ਵੀ ਮੋੜੀ ਜਾ ਸਕਦੀ ਹੈ। ਇਸ ਕਰਕੇ ਇਹਦੀ ਲੜਾਈ
ਕੱਲਾ ਪੰਜਾਬ ਹੀ ਨਹੀਂ, ਇੱਦਾਂ ਕਿਸੇ ਵੀ ਸੂਬੇ ਦੀ ਬਾਂਹ ਮਰੋੜੀ ਜਾ ਸਕਦੀ ਹੈ। ਬਿਲਕੁਲ। ਬਿਜਲੀ ਦੇ ਰੇਟ, ਅੱਜ ਖੇਤੀ ਨੂੰ ਸਬਸਿਡੀ ਦੇਣੀ ਹੈ, ਇਹ ਸੂਬੇ ਦਾ ਮਸਲਾ ਨਾ ਵੀ ਅਸੀਂ ਖੇਤੀ ਨੂੰ ਡਿਵੈਲਪ ਕਰਨਾ, ਅਸੀਂ ਇੰਡਸਟਰੀ ਨੂੰ ਡਿਵੈਲਪ ਕਰਨਾ, ਅਸੀਂ ਉਹਦੇ ਮੁਤਾਬਕ ਉਹਨੂੰ ਸਬਸਿਡੀਆਂ ਸਾਡੀ ਸਰਕਾਰ ਦਾ ਦੇਣਾ ਕੰਮ ਹੁੰਦਾ ਵੀ ਉਹਨਾਂ ਨੂੰ ਰਾਹਤਾਂ ਦੇਵਾਂਗੇ। ਜਿਹੜੀ ਚੀਜ਼ ਅਸੀਂ ਵਧਾਉਣੀ ਚਾਹੁੰਦੇ ਆ ਉਹਨੂੰ ਅਸੀਂ ਰਾਹਤਾਂ ਦੇ ਕੇ ਥੋੜ੍ਹਾ ਜਿਹਾ ਅਸੀਂ ਉਹਦੇ 'ਚ ਵਾਧਾ ਚਾਹੁੰਦੇ ਆ, ਉਹ ਸੂਬੇ ਦਾ ਅਧਿਕਾਰ ਹੁੰਦਾ, ਉਹ ਸੂਬੇ ਕੋਲੋਂ ਚਲੇ ਜਾਊਗਾ। ਅਸੀਂ ਆਪਣੇ ਗਰੀਬ ਲੋਕ ਆ ਉਹਨਾਂ ਨੂੰ ਘੱਟੋ ਘੱਟ ਵੀ ਉਹਨਾਂ ਦੇ ਘਰ ਚਾਨਣ ਰਹਿ ਸਕੇ, ਬੱਤੀ ਹੋ ਸਕੇ, ਉਹਦਾ ਬੱਚਾ ਵੀ ਪੜ੍ਹ ਸਕੇ, ਉਹਦੇ ਘਰ ਬਿਜਲੀ ਬਲਬ ਜਗਦਾ ਰਹਿ ਸਕੇ, ਉਹਦੇ ਲਈ ਕੋਈ ਸਬਸਿਡੀ ਦੇਣੀ ਆ, ਉਹ ਫੈਸਲਾ ਸਰਕਾਰ ਨੇ ਕਰਨਾ ਹੁੰਦਾ, ਸੂਬਾਈ ਸਰਕਾਰ ਨੇ, ਪਰ ਉਹ ਅਧਿਕਾਰ ਵੀ ਸਾਡੇ ਕੋਲੋਂ ਖੋਇਆ ਜਾ ਰਿਹਾ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਹੁਤ ਵੱਡੇ ਪ੍ਰਭਾਵ ਪੈਣਗੇ, ਜਿਹੜੇ ਸੂਬਿਆਂ ਦੇ ਅਧਿਕਾਰਾਂ ਦੀ ਲੜਾਈ ਤੇ ਨਾਲ ਹੀ ਇਹ ਜਿਹੜੀ ਕਿਸਾਨੀ ਦੀ ਲੜਾਈ, ਨਾਲ ਮਜ਼ਦੂਰਾਂ ਦੀ ਲੜਾਈ। ਮੈਂ ਤਾਂ ਸਮਝਦਾ ਵੀ ਇਹ ਸਮੁੱਚੀ ਇੱਕ ਨੀਤੀ ਹੈ, ਇਹ ਜਿਹੜੀ ਨੀਤੀ ਤਹਿਤ ਸਾਡੇ ਸਰਕਾਰੀ ਸਕੂਲਾਂ ਨੂੰ ਤਬਾਹ ਕੀਤਾ ਗਿਆ, ਇਹ ਉਹ ਨੀਤੀ ਆ ਜਿਹਦੇ ਤਹਿਤ ਸਾਡੇ ਹਸਪਤਾਲਾਂ ਨੂੰ ਨਿੱਜੀਕਰਨ ਦੇ ਵਾਲੇ ਪਾਸੇ ਮੋੜਿਆ ਗਿਆ। ਇਹੋ ਨੀਤੀ ਆ ਜਿਹਨੇ ਸਾਡੇ ਰੋਡ ਸਾਡੇ ਕੋਲੋਂ ਖੋਹ ਕੇ ਜਿਹੜਾ ਵਾ ਉਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਰੋਡ ਬਣਾਤਾ, ਅੱਜ ਲੰਘਦਿਆਂ ਤੇ ਉੱਤੇ ਪੈਸੇ ਦੇਣੇ ਪੈਂਦੇ ਆ। ਇਹ ਉਹ ਨੀਤੀ ਆ ਜਿਹੜੀ ਸਾਡੇ ਰੇਲਵੇ ਨੂੰ ਵੇਚ ਰਹੀ ਆ। ਇਸ ਕਰਕੇ ਇਸ ਨੀਤੀ ਨੂੰ ਜੋੜ ਕੇ ਇਹਦੇ ਨਾਲ ਹੀ ਸਾਡੇ ਰੁਜ਼ਗਾਰ ਦੇ ਮੌਕੇ ਜੁੜੇ ਹੋਏ ਆ। ਜੇ ਖੇਤੀ ਦੇ ਵਿੱਚੋਂ ਕਿਸਾਨ ਨੂੰ ਕੱਢਣਾ ਤੇ ਉਹਨੂੰ ਰੁਜ਼ਗਾਰ ਕਿੱਥੇ ਦੇਣਾ? ਜੇ ਸਰਕਾਰੀ ਅਦਾਰੇ ਹੋਣਗੇ ਤੇ ਉੱਥੇ ਉਹਦੀ ਕੰਮ ਦੀ ਗਰੰਟੀ ਹੋ ਸਕਦੀ ਆ, ਕੋਈ ਉਹਨੂੰ ਯੋਗ ਤਨਖਾਹ ਮਿਲ ਸਕਦੀ ਆ। ਨਹੀਂ ਤੇ ਜਿਸ ਤਰ੍ਹਾਂ ਟੋਲ ਪਲਾਜ਼ੇ ਤੇ ਬੈਠੀ ਕੁੜੀ ਜਾਂ ਮੁੰਡਾ 5-7 ਹਜ਼ਾਰ ਤੇ ਕੰਮ ਕਰਦੇ ਆ, ਇਹ ਇਦਾਂ ਦਾ ਮਾਹੌਲ ਸਿਰਜਿਆ ਜਾ ਰਿਹਾ। ਇਸ ਕਰਕੇ ਇਹਦਾ ਪੰਜਾਬ ਦੇ ਪਿਛਲੇ ਸਮੇਂ 'ਚ ਵੀ ਬਹੁਤ ਵੱਡਾ ਅਸਰ ਪਿਆ, ਤਾਂ ਹੀ ਸਾਡੀ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਨੂੰ ਜਾ ਰਹੀ ਆ ਵੀ ਇੱਥੇ ਉਹਨਾਂ ਦੀ ਕਿਰਤ ਦਾ ਮੁੱਲ ਨਹੀਂ ਪੈਂਦਾ, ਇੱਥੇ ਉਹਨਾਂ ਦੀ ਯੋਗਤਾ ਦਾ ਮੁੱਲ ਨਹੀਂ ਪੈਂਦਾ। ਇਸ ਕਰਕੇ ਇੱਕ ਬਹੁਤ ਵੱਡੇ ਮਸਲੇ ਸਾਡੇ ਸਾਹਮਣੇ ਆ। ਇਹਦੇ ਲਈ ਇਹ ਜਿਹੜਾ ਸੂਬਿਆਂ ਵਾਲਾ ਤੁਹਾਡਾ ਜਿਹੜਾ ਸਵਾਲ ਆ, ਇਹਦਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਪ੍ਰਭਾਵ ਪੈਣਾ ਜੇ ਪੰਜਾਬ ਦੇ ਲੋਕ ਨਾ ਲੜੇ ਜਾਂ ਸਾਡੇ ਦੇਸ਼ ਦੇ ਲੋਕ ਨਾ ਲੜੇ। ਤੇ ਇਹ ਜਿਹੜਾ ਸਾਰਾ ਹੁਣ ਤੁਸੀਂ ਵੇਖੋਗੇ ਸਾਡੇ ਜੇਬ 'ਚੋਂ ਪੈਸਾ ਨਿਕਲ ਰਿਹਾ ਲਗਾਤਾਰ। ਹੁਣ ਕਿਸਾਨ ਦੀ ਜੇਬ ਦੇ ਵਿੱਚੋਂ ਇਸ ਕਰਕੇ ਨਿਕਲ ਗਿਆ ਉਹਦੀ ਜਿਣਸ ਸਸਤੀ ਖਰੀਦੀ, ਖਪਤਕਾਰ ਦੀ ਜੇਬ ਦੇ ਵਿੱਚੋਂ ਇਸ ਕਰਕੇ ਨਿਕਲ ਗਿਆ ਉਹਨੂੰ ਮਹਿੰਗੀ ਮਿਲੀ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋ ਕੋਵਿਡ ਆਇਆ, ਕੋਵਿਡ ਦੇ ਵਿੱਚ ਬਹੁਤ ਲੱਖਾਂ ਕਰੋੜਾਂ ਰੁਜ਼ਗਾਰ ਗਏ, ਲੱਖਾਂ ਕਾਰਖਾਨੇ ਜਿਹੜੇ ਆ ਉਹ ਘਾਟੇ ਚਲੇ ਗਏ, ਬੰਦ ਹੋ ਗਏ, ਛੋਟੇ ਛੋਟੇ ਕਾਰੋਬਾਰ ਬੰਦ ਹੋ ਗਏ। ਪਰ ਸਾਡੇ ਦੇਸ਼ ਦੇ ਅਦਾਨੀ ਦੀ ਜਾਇਦਾਦ ਦੇ ਵਿੱਚ ਬੇਬਾਹਾ ਵਾਧਾ ਹੋਇਆ। ਅੱਜ 1% ਲੋਕ ਜਿਹੜੇ ਆ ਉਹ 93% ਦੀ ਆਬਾਦੀ ਤੋਂ ਵੱਧ ਦੀ 4 ਗੁਣਾ ਜਾਇਦਾਦ ਇੱਕ ਬੰਦੇ ਕੋਲ ਆ। ਹੁਣ ਜੇ ਇਹ ਹੁੰਦੀ ਜਾਊਗੀ ਲੋਕਾਂ ਦੀ ਖਰੀਦ ਸ਼ਕਤੀ ਵੀ ਜਾਊਗੀ। ਜਦੋਂ ਲੋਕਾਂ ਦੀ ਖਰੀਦ ਸ਼ਕਤੀ ਨਹੀਂ ਹੋਊਗੀ ਤੁਹਾਡਾ ਬਣਿਆ ਮਾਲ ਵੀ ਕੌਣ ਖਰੀਦੂਗਾ? ਇਸ ਕਰਕੇ ਇਹ ਆਉਣ ਵਾਲੇ ਸਮੇਂ ਦੇਸ਼ ਦਾ ਵੱਡਾ ਸੰਕਟ ਬਣਨ ਜਾ ਰਿਹਾ। ਇਹ ਕਾਨੂੰਨਾਂ ਦੇ ਨਾਲ ਉਸ ਨੀਤੀ ਨੂੰ ਤਬਦੀਲ ਕਰਨ ਦੀ ਲੋੜ ਆ, ਜਿਹੜੀ ਨੀਤੀ ਆਮ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਪਾਵੇ, ਜਿਹਦੇ ਨਾਲ ਸਾਡੀ ਮੰਡੀ ਦਾ ਵਿਕਾਸ ਹੋਵੇ, ਫਿਰ ਸਾਡੇ ਕਾਰਖਾਨੇ ਦਾ ਪਹੀਆ ਵੀ ਤੁਰੇ, ਸਾਡਾ ਜਿਹੜਾ ਸੇਵਾਵਾਂ ਦਾ ਖੇਤਰ ਉਹ ਵੀ ਤੁਰੇ, ਫਿਰ ਉਹ ਸਾਰਾ ਕੁਝ ਤੁਰਦਾ। ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਅਸਰ ਪੈਣਾ। ਜੀ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਤੁਸੀਂ ਕਰੋਨਾ ਵਾਇਰਸ ਦੀ ਗੱਲ ਕੀਤੀ, ਤੇ ਕਰੋਨਾ ਦੇ ਸਮੇਂ ਦੇ ਵਿੱਚ ਇਹਨਾਂ ਬਿੱਲਾਂ ਨੂੰ ਲੈ ਕੇ ਆਉਣਾ, ਉਸ ਤੋਂ ਬਾਅਦ ਕਿਸਾਨਾਂ ਦਾ ਸੰਘਰਸ਼ ਤੇ ਬੈਠ ਜਾਣਾ, ਤੇ ਉੱਧਰੋਂ ਮੋਦੀ ਜੀ ਕੀ ਕਰ ਰਹੇ ਨੇ ਜੀ? ਕਦੀ ਹਿਮਾਚਲ ਘੁੰਮ ਰਹੇ ਨੇ, ਕਦੀ ਬਿਹਾਰ ਇਲੈਕਸ਼ਨ ਵੀ ਸੇਮ ਟਾਈਮ ਤੇ ਚੱਲ ਰਹੇ ਨੇ, ਸੇਮ ਟਾਈਮ ਤੇ ਅੱਜ ਗੁਜਰਾਤ 'ਚ ਵੀ ਕੋਈ ਚੀਜ਼ ਦੀ ਇਨੈਗੋਰੇਸ਼ਨ ਚੱਲ ਰਹੀ ਹੈ। ਸੋ ਉਹ ਧਿਆਨ ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ, ਤੇ ਕੀ ਕਰ ਰਹੀ ਹੈ ਕੇਂਦਰ ਸਰਕਾਰ? ਕਿਉਂਕਿ ਲੱਗ ਨਹੀਂ ਰਿਹਾ ਕਿ ਹਾਂ ਵੀ ਕੇਂਦਰ ਨੂੰ ਭੋਰਾ ਵੀ ਫਰਕ ਹੈ ਕਿ ਹਾਂ ਵੀ ਕਿਸਾਨ ਕਦੋਂ ਤੋਂ ਬੈਠੇ ਹੋਏ ਨੇ। ਨਹੀਂ ਵੇਖੋ, ਫਰਕ ਪਹਿਲੀ ਗੱਲ ਆ ਵੀ ਕੋਵਿਡ ਦੇ ਨਾਂ ਦੇ ਉੱਤੇ, ਕੋਵਿਡ ਨੂੰ ਇੱਕ ਅਵਸਰ ਦੇ ਤੌਰ ਦੇ ਉੱਤੇ, ਜਿਵੇਂ ਮੋਦੀ ਸਾਹਿਬ ਨੇ ਪਹਿਲਾਂ ਆਉਂਦਿਆਂ ਕਿਹਾ ਸੀ ਵੀ ਇਹਨੂੰ ਅਵਸਰ ਦੇ ਤੌਰ ਤੇ ਵਰਤਣਾ, ਉਹਨੇ ਇੱਕ ਅਵਸਰ ਦੇ ਤੌਰ ਦੇ ਉੱਤੇ ਲੋਕਾਂ ਨੂੰ ਲੁੱਟਣ ਦਾ ਤੇ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਦਾ ਇੱਕ ਸਮਾਂ ਚੁਣਿਆ। ਉਸ ਸਮੇਂ ਦੇ ਉੱਤੇ ਬਹੁਤ ਵੱਡੀ ਸੱਟ ਉਹਨਾਂ ਨੇ ਮਾਰੀ ਆ। ਇਸ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਇਹ ਕੀਤਾ, ਉਹਨਾਂ ਨੂੰ ਆਸ ਨਹੀਂ ਸੀ ਵੀ ਲੋਕ ਇਸ ਸਮੇਂ ਦੌਰਾਨ ਵੀ ਉੱਠਣਗੇ, ਪਰ ਪੰਜਾਬ ਦੇ ਲੋਕਾਂ ਨੇ ਉੱਠ ਕੇ, ਦੇਸ਼ ਦੇ ਲੋਕਾਂ ਨੇ ਉਹਦੇ ਨਾਲ ਜੁੜ ਕੇ ਇਹ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰਿਆ। ਜਿੱਥੋਂ ਤੱਕ ਤੁਸੀਂ ਕਹਿੰਦੇ ਟਸ ਤੋਂ ਮਸ ਨਹੀਂ ਹੁੰਦੇ, ਉਹਨਾਂ ਦਾ ਕੋਈ ਨੁਕਸਾਨ ਹੁੰਦਾ ਦਿਖਾਈ ਨਹੀਂ ਦਿੰਦਾ। ਤੁਸੀਂ ਵੇਖੋ ਵੀ ਕਿੰਨਿਆਂ ਸਾਲਾਂ ਦਾ NDA ਗਠਜੋੜ, ਜਿਹਨੂੰ 9 ਮਾਸ ਦਾ ਰਿਸ਼ਤਾ ਅਕਾਲੀ ਦਲ BJP ਦਾ ਕਿਹਾ ਜਾਂਦਾ ਸੀ, ਤੁਹਾਡੇ ਸਾਹਮਣੇ ਟੁੱਟਾ। ਤੁਹਾਡੇ ਸਾਹਮਣੇ ਇੱਕ ਕੇਂਦਰ ਦੇ ਵਿੱਚੋਂ ਉਹਨਾਂ ਦੀ ਵਿਕਟ ਉਹ ਟੌਪ ਦੀ ਡਿੱਗੀ ਆ ਵੀ ਜਿਹੜੇ ਲਗਾਤਾਰ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀ, ਲਗਾਤਾਰ ਇਹਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਵੀ ਇਹਦੇ ਤੋਂ ਗਾਂਹ ਵੀ ਸਗੋਂ ਜਿਹੜਾ ਬਜ਼ੁਰਗ ਆ ਵੀ ਜਿਹੜਾ ਘਰ ਬੈਠਾ ਸੀ ਉਹਦੇ ਕੋਲੋਂ ਵੀ ਲੋਕਾਂ ਨੂੰ ਅਪੀਲ ਕਰਾਈ। ਇਸ ਕਰਕੇ ਨੁਕਸਾਨ ਪਹਿਲਾ ਇਹ ਆ।
ਸਾਡੀ ਪ੍ਰਾਪਤੀ ਅਸੀਂ ਸਮਝਦੇ ਹਾਂ ਵੀ ਇਹ ਸੰਘਰਸ਼ ਦੀ ਸਭ ਤੋਂ ਪਹਿਲਾਂ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਦਾ ਏਕਾ 31 ਜਥੇਬੰਦੀਆਂ ਇੱਕ ਇਕੱਠੀਆਂ ਹੋਈਆਂ। ਜੇ 2 ਜਥੇਬੰਦੀਆਂ ਉਹਦੇ ਤੋਂ ਬਾਹਰੋਂ ਸਪੋਰਟ ਕਰਦੀਆਂ, ਉਹਨਾਂ ਇੱਕ ਵੀ ਐਕਸ਼ਨ ਇਦਾਂ ਦਾ ਨਹੀਂ ਜਿਹੜਾ 31 ਨੇ ਸੱਦਾ ਦਿੱਤਾ ਹੋਵੇ ਜਿਹਦੀ ਸਪੋਰਟ 'ਚ ਨਾ ਆਏ ਹੋਣ ਜਾਂ ਉਹਨੂੰ ਅਪਣਾਇਆ ਨਾ ਹੋਵੇ। ਇਸ ਵੇਲੇ ਸਾਡੇ ਦੇਸ਼ ਦੀਆਂ 346 ਜਥੇਬੰਦੀਆਂ ਨੇ ਮੈਦਾਨ ਦੇ ਵਿੱਚ ਆਉਣਾ, ਇੱਕ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ। ਦੂਜੀ ਪ੍ਰਾਪਤੀ ਸਾਡੀ ਇਹ ਆ ਵੀ ਜਿਹੜਾ ਗੱਠਜੋੜ ਦੇ ਵਿੱਚ ਅਸੀਂ ਤਰੇੜਾਂ ਪਾ ਲਈਆਂ, ਅੱਜ ਤੁਸੀਂ ਪੰਜਾਬ ਦਾ ਜਿਹੜਾ ਮਾਹੌਲ ਆ, ਜਿੱਥੇ ਬੀਜੇਪੀ ਇਹ ਕਹਿੰਦੀ ਸੀ ਵੀ ਅਸੀਂ ਆਉਣ ਵਾਲੇ ਸਮੇਂ 'ਚ ਸਰਕਾਰ ਬਣਾਉਣ ਜਾ ਰਹੇ ਹਾਂ, ਉਹ ਆਪਣੇ ਗੱਠਜੋੜ ਦੇ ਭਾਈਵਾਲ ਨਵੇਂ ਲੱਭ ਰਹੇ ਸੀ, ਅੱਜ ਉਹਨਾਂ ਨੂੰ ਘਰਾਂ 'ਚੋਂ ਨਿਕਲਣਾ ਮੁਸ਼ਕਲ ਹੋ ਗਿਆ। ਅੱਜ ਉਹ ਏਜੰਡੇ ਜਿਹੜਾ ਏਜੰਡਾ ਉਹਨਾਂ ਦੇ ਕਦੀ ਵੀ ਜਿਹਦੇ ਵਿਰੋਧੀ ਆ, ਮਨੂਵਾਦੀ ਸੋਚ ਦੇ ਤਹਿਤ ਦਲਿਤਾਂ ਦੇ ਵਿਰੋਧੀ ਆ, ਅੱਜ ਯੂਪੀ ਦੇ ਵਿੱਚ ਦਲਿਤਾਂ ਦੀਆਂ ਬੱਚੀਆਂ ਨਾਲ ਰੇਪ ਹੁੰਦੇ ਆ, ਉਹਨਾਂ ਦੇ ਐਮਐਲਏ ਤੱਕ ਉਹਦੇ ਵਿੱਚ ਸ਼ਾਮਲ ਪਾਏ ਗਏ। ਪਰ ਉਹ ਪੰਜਾਬ ਦੇ ਵਿੱਚ ਇਹ ਯਤਨ ਵੀ ਦਲਿਤਾਂ ਦੇ ਨਾਂ ਦੇ ਉੱਤੇ ਵੀ ਯਾਤਰਾ ਕਰਨ ਦਾ ਉਹਨਾਂ ਨੇ ਯਤਨ ਕੀਤਾ। ਇਸ ਕਰਕੇ ਇਸ ਵੇਲੇ ਜੇ ਉਹ ਸਾਰੇ ਕੁਝ ਫੇਲ ਹੋ ਰਹੇ ਆ ਤੇ ਇਹ ਸੰਘਰਸ਼ ਦੀ ਸਫਲਤਾ ਆ, ਇਹ ਸੰਘਰਸ਼ ਦੀ ਸਫਲਤਾ ਆ ਤੇ ਉਹਨਾਂ ਦਾ ਪਿੱਛੇ ਜਾਣਾ ਆ। ਅਸੀਂ ਸਮਝਦੇ ਹਾਂ ਵੀ ਅਜੇ ਦੇਸ਼ ਪੱਧਰ ਦੇ ਉੱਤੇ 5 ਤਰੀਕ ਨੂੰ ਪਤਾ ਲੱਗੂਗਾ ਵੀ ਦੇਸ਼ ਦਾ ਜਿਹੜਾ ਸੰਘਰਸ਼ ਆ ਉਹ ਸੋਚਣ ਲਾ ਦੂਗਾ। ਜਿਹੜਾ ਇਹਦੇ ਤੋਂ ਬਾਅਦ ਜਿਹੜਾ 26-27 ਦਾ ਆ, ਅਸੀਂ ਸਮਝਦੇ ਹਾਂ ਵੀ ਦਿੱਲੀ ਨੂੰ ਘੇਰ ਕੇ ਅਸੀਂ ਦੱਸੇ ਇਹ ਨਹੀਂ ਵੀ ਲੋਕਾਂ ਦੇ ਖਿਲਾਫ ਅਸੀਂ ਲੋਕਾਂ ਨੂੰ ਘੇਰਨਾ, ਅਸੀਂ ਸਰਕਾਰੀ ਅਦਾਰੇ ਸਰਕਾਰ ਦੇ ਕੰਮ ਦੇ ਵਿੱਚ 26-27 ਨੂੰ ਟੋਟਲ ਦੁਨੀਆ ਨੂੰ ਪਤਾ ਲੱਗ ਜਾਊਗਾ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦਾ ਜਿਹੜਾ ਕੰਮਕਾਜ ਰੋਕ ਲਿਆ। ਇਸ ਕਰਕੇ ਸਰਕਾਰ ਨੂੰ ਅਸੀਂ ਸੋਚਣ ਲਈ ਮਜਬੂਰ ਕਰਾਂਗੇ। ਤੇ ਇਹ ਵੀ ਆ ਵੀ ਬੜੇ ਵੱਡੇ ਤਾਨਾਸ਼ਾਹ ਹੋਏ ਆ, ਅਸੀਂ ਇਹ ਨਹੀਂ ਕਹਿੰਦੇ ਵੀ ਲੋਕ ਕਹਿ ਰਹੇ ਵੀ ਮੋਦੀ ਸਾਹਿਬ ਤਾਨਾਸ਼ਾਹ ਆ, ਇਹ ਝੁਕਣਾ ਨਹੀਂ, ਇਹਨਾਂ ਨੇ ਜਿਹੜਾ ਫੈਸਲਾ ਲੈ ਲਿਆ ਵਾਪਸ ਨਹੀਂ ਜਾਣਾ। ਅਸੀਂ ਸਮਝਦੇ ਹਾਂ ਵੀ ਸਾਡੇ ਦੇਸ਼ ਦੇ ਵਿੱਚ ਪਹਿਲਾ ਸਭ ਤੋਂ ਵੱਡਾ ਐਮਰਜੈਂਸੀ ਦੇ ਹਾਲਾਤ ਸੀ ਜਦੋਂ ਇੰਦਰਾ ਗਾਂਧੀ ਨੇ ਇਹ ਕੰਮ ਕੀਤਾ ਸੀ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਜੇ ਇੰਦਰਾ ਗਾਂਧੀ ਥੋੜ੍ਹੇ ਸਮੇਂ ਬਾਅਦ ਵੀ ਸੱਤਾ ਤੋਂ ਲਾਹ ਕੇ ਲੋਕ ਨਵੇਂ ਲੀਡਰ ਪੈਦਾ ਹੁੰਦੇ ਆ, ਨਵੀਆਂ ਪਾਰਟੀਆਂ ਪੈਦਾ ਹੁੰਦੀਆਂ, ਤੇ ਇਹ ਵੀ ਇੱਕ ਅਜਿਹਾ ਮੌਕਾ ਹੋਊਗਾ ਵੀ ਮੋਦੀ ਸਾਹਿਬ ਨੂੰ ਉਹ ਥਾਂ ਵਿਖਾ ਦੇਣਗੇ ਵੀ ਦੇਸ਼ ਭਾਰਤ ਦੇ ਵਿੱਚ ਜਮਹੂਰੀਅਤ ਦਾ ਦੇਸ਼ ਆ, ਜਮਹੂਰੀ ਲੋਕਾਂ ਦਾ ਦੇਸ਼ ਆ, ਸੈਕੂਲਰ ਲੋਕਾਂ ਦਾ ਦੇਸ਼ ਆ। ਇਹਦੇ ਵਿੱਚ ਜਿਹੜਾ ਤਾਨਾਸ਼ਾਹੀ ਚਲਾਊਗਾ ਉਹਨੂੰ ਜਿਹੜਾ ਵਾ ਉਹ ਰਸਤਾ ਵੀ ਵਿਖਾ ਦੇਣਗੇ, ਬਾਹਰ ਦਾ ਰਸਤਾ ਪਾਰਲੀਮੈਂਟ ਤੋਂ। ਇਹ ਵੀ ਸਾਡੇ ਨਿਸ਼ਾਨੇ ਤੇ ਆ ਆਉਣ ਵਾਲੇ ਸਮੇਂ ਜੀ। ਸੋ ਲਗਾਤਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਆਪਣਾ ਸੰਘਰਸ਼ ਕਰ ਰਹੀਆਂ ਨੇ ਤੇ ਜਿਹੜੀ ਏਕਤਾ ਉਹਨਾਂ 'ਚ ਦਿਖਾਈ ਦੇ ਰਹੀ ਹੈ। ਵਾਕਈ ਲੱਗ ਰਿਹਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਪੱਖ ਦੀ ਜਿਹੜੀ ਗੱਲ ਸੁਣੀ ਜਾਵੇਗੀ। ਅਸੀਂ ਸਾਰੇ ਇਹੀ ਉਮੀਦ ਕਰਦੇ ਹਾਂ। ਸਰ, ਤੁਸੀਂ ਸਾਡੇ ਵਿੱਚ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ।